ਅਕਾਲੀ ਦਲ ਦੇ ਕਈ ਲੀਡਰ ਤਰਲੋ ਮੱਛੀ ਹੋਏ ਪਏ ਆ ਬੀਜੇਪੀ ਨਾਲ ਅਲਾਈਅੰਸ ਕਰਨ ਵਾਸਤੇ। ਕਹਿੰਦੇ ਕਿ ਬਸ ਸਾਨੂੰ ਤਾਂ ਅਲਾਈਅੰਸ ਕਰਾ ਦਿਓ, ਭੱਜ ਕੇ ਅਸੀਂ ਜੱਫੀਆਂ ਪਾ ਲਈਏ ਬੀਜੇਪੀ ਦੇ ਆਗੂਆਂ ਨੂੰ। ਇਹ ਕਾਲੇ ਪਏ ਨੇ ਅਕਾਲੀ ਦਲ ਦੇ ਲੀਡਰ, ਕਿਉਂ ਇੰਨੇ ਕਾਲੇ ਪਏ ਨੇ ਬਿਆਨ ਦੇਣ ਨੂੰ ਕਿ ਬੀਜੇਪੀ ਨਾਲ ਗੱਠਜੋੜ ਹੋ ਜੇ? ਕੀ ਕਿਤੇ ਉਹਨਾਂ ਤੋਂ ਕਹਾਇਆ ਜਾ ਰਹੀ ਹੈ ਇਹ ਚੀਜ਼? ਜਿਹੜੇ ਅਕਾਲੀ ਲੀਡਰ ਬਿਆਨ ਦੇ ਰਹੇ ਆ ਉਹਨਾਂ ਤੋਂ ਉਹਨਾਂ ਦੀ ਲੀਡਰਸ਼ਿਪ ਘਵਾ ਰਹੀ ਹੋਵੇ, ਕਹਾਇਆ ਜਾ ਰਿਹਾ ਹੋਵੇ ਕਿ ਤੁਸੀਂ ਬਿਆਨ ਦਾਗੋ, ਦੇਖਦੇ ਗਰਾਊਂਡ ਤੇ ਰਿਸਪੌਂਸ ਕੀ ਆਉਂਦਾ। ਕੱਲ ਤਾਂ ਹਜੇ ਤੁਸੀਂ ਚਿੱਠੀ ਲਿਖੀ ਹੈ, ਐਸਜੀਪੀਸੀ ਦੇ ਸਕੱਤਰ ਨੇ ਚਿੱਠੀ ਲਿਖਤੀ ਆਰਐਸਐਸ ਦੇ ਚੀਫ ਨੂੰ, ਕਹਿੰਦੇ ਕਿ ਜਿਹੜੀ ਬੀਜੇਪੀ ਹੈ ਔਰ ਆਰਐਸਐਸ ਆ ਉਹ ਇੰਟਰਵੀਨ ਬਾਹਲਾ ਕਰਨ ਲੱਗ ਗਈ ਹੈ, ਬਾਹਲੀ ਦਖਲਅੰਦਾਜ਼ੀ ਜਿਹੜੀ ਹੈ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਕਰਨ ਲੱਗ ਗਈ ਹੈ। ਆਰਐਸਐਸ ਦੇ ਪ੍ਰਤੀ ਸਿੱਖਾਂ ਦੇ ਵਿੱਚ ਨਫ਼ਰਤ ਭਰਨ ਤੋਂ ਬਾਅਦ ਤੁਸੀਂ ਕੀ ਉਮੀਦ ਕਰ ਸਕਦੇ ਹੋ ਕਿ ਸਿੱਖ ਇਸ ਅਲਾਇੰਸ ਨੂੰ ਜਾਂ ਪੰਜਾਬ ਦੇ ਲੋਕ, ਪੰਜਾਬੀ ਇਸ ਅਲਾਇੰਸ ਨੂੰ ਪ੍ਰਵਾਨ ਕਰਨਗੇ? ਲੋਕਾਂ ਦੇ ਪ੍ਰੈਸ਼ਰ ਕਰਕੇ ਇਹ ਅਲਾਇੰਸ ਟੁੱਟਦਾ। 9 ਮਾਸ ਦਾ ਰਿਸ਼ਤਾ ਕਹਿੰਦੇ ਹੁੰਦੇ ਸੀ ਪ੍ਰਕਾਸ਼ ਸਿੰਘ ਬਾਦਲ। ਜੇ ਬੀਜੇਪੀ ਦੇ ਪੰਜਾਬ ਦੇ ਵਿੱਚ ਪੈਰ ਲਵਾਏ ਆ ਤਾਂ ਉਹ ਅਕਾਲੀ ਦਲ ਨੇ ਲਵਾਏ ਆ। ਅਕਾਲੀ ਦਲ ਇਹ ਵੀ ਰਣਨੀਤੀ ਬਣਾ ਰਿਹਾ ਹੋਊਗਾ ਵੀ ਵੱਡੇ ਲੀਡਰ ਕਾਂਗਰਸ ਦੇ ਗਏ ਨੇ ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵੀ ਪ੍ਰਵਾਨ ਕਰ ਲੈਣ, ਕਿਉਂਕਿ ਐਮਪੀ ਦੇ ਇਲੈਕਸ਼ਨ ਦੇ ਵਿੱਚ ਵੀ ਬੀਜੇਪੀ ਦੀ ਹਾਲਾਂਕਿ ਵਧੀਆ ਕਾਰਗੁਜ਼ਾਰੀ ਰਹੀ ਹੈ, ਠੀਕ ਰਹੀ ਹੈ ਪਹਿਲਾਂ ਨਾਲੋਂ। ਬੀਬੀ ਜਗੀਰ ਕੌਰ ਨੂੰ ਹੋਰ ਵੋਟਾਂ ਪੈ ਜਾਣੀਆਂ ਸੀ, ਪਰ ਸੁਖਬੀਰ ਬਾਦਲ ਹੁਣਾਂ ਨੇ ਜਾਂ ਜੋ ਸ਼੍ਰੋਮਣੀ ਅਕਾਲੀ ਦਲ ਆ ਉਹਨਾਂ ਨੇ ਇਹ ਕਹਿ ਕੇ ਜ਼ੋਰ ਦਿੱਤਾ, ਇਸ ਗੱਲ ਤੇ ਜ਼ੋਰ ਦੇ ਕੇ ਕਿਹਾ ਗਿਆ ਕਿ ਬੀਬੀ ਜਗੀਰ ਕੌਰ ਨੂੰ ਤਾਂ ਬੀਜੇਪੀ ਸਪੋਰਟ ਕਰ ਰਹੀ ਹੈ। ਜਿੱਥੇ ਵੀ ਵੱਡੀਆਂ ਪਾਰਟੀਆਂ ਖਾਸ ਤੌਰ ਤੇ ਨੈਸ਼ਨਲ ਪਾਰਟੀਆਂ ਗਈਆਂ, ਉਹਨਾਂ ਨੇ ਅਲਾਇੰਸ ਜ਼ਰੂਰ ਆਪਣੀਆਂ ਜੜ੍ਹਾਂ ਲਾਉਣ ਵਾਸਤੇ, ਆਪਣੇ ਪੈਰ ਪਸਾਰਨ ਵਾਸਤੇ ਰੀਜਨਲ ਪਾਰਟੀਆਂ ਦੇ ਨਾਲ ਉਹਨਾਂ ਨੇ ਅਲਾਇੰਸ ਕੀਤੇ ਆ, ਪਰ ਉਸ ਤੋਂ ਬਾਅਦ ਉਹਨਾਂ ਪਾਰਟੀਆਂ ਨੂੰ ਖਾ ਗਏ। ਮਹਿਬੂਬਾ ਮੁਫਤੀ ਸਭ ਤੋਂ ਵੱਡਾ ਐਗਜ਼ਾਮਪਲ ਆ। ਮਹਿਬੂਬਾ ਮੁਫਤੀ ਦੇ ਨਾਲ ਸਰਕਾਰ ਹੰਡਾਈ, ਮਹਿਬੂਬਾ ਮੁਫਤੀ ਦੇ ਨਾਲ ਬੀਜੇਪੀ ਨੇ ਸਰਕਾਰ ਬਣਾਈ ਔਰ ਉਸ ਤੋਂ ਬਾਅਦ ਦੇਖ ਲਓ ਤੁਸੀਂ ਅਕਾਲੀ ਦਲ ਦੀ ਗਵਰਨਮੈਂਟ ਬਣਦੀ ਹੈ ਤਾਂ ਫਿਰ ਅਨਕੰਡੀਸ਼ਨਲ ਤੌਰ ਤੇ ਸਪੋਰਟ ਵਾਜਪੇਈ ਨੂੰ ਕੀਤਾ ਜਾਂਦਾ। ਤਾਂ ਉਸ ਤੋਂ ਬਾਅਦ ਹੀ ਪੈਰ ਲੱਗਣੇ ਸ਼ੁਰੂ ਹੋਏ ਪੰਜਾਬ ਦੇ ਵਿੱਚ ਬੀਜੇਪੀ ਦੇ। ਪੰਥ ਅਕਾਲੀ ਦਲ ਤੋਂ ਦੂਰ ਹੁੰਦਾ ਗਿਆ ਔਰ ਹਿੰਦੂ ਉਸ ਤਰੀਕੇ ਨਾਲ ਅਕਾਲੀ ਦਲ ਦੇ ਨਾਲ ਜੁੜ ਨਹੀਂ ਪਾਏ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ। ਪ੍ਰੋ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਮਨਦੀਪ ਜੋਤ ਸਿੰਘ। ਸ਼੍ਰੋਮਣੀ ਅਕਾਲੀ ਦਲ ਲਗਾਤਾਰ ਆਪਣੇ ਰਿਵਾਈਵਲ ਨੂੰ ਲੈ ਕੇ ਹੱਥ ਪੱਲੇ ਮਾਰ ਰਿਹਾ ਹੈ ਤੇ ਹੁਣ ਇੱਕ ਨਵਾਂ ਬਿਆਨ ਸਾਹਮਣੇ ਆਉਂਦਾ ਹੈ, ਚਾਹੇ ਮਲੂਕਾ ਹੋਣਾ ਦਾ ਹੋਵੇ ਚਾਹੇ ਫਿਰ ਉਹ ਚਰਨਜੀਤ ਬਰਾੜ ਹੋਣਾ ਦਾ ਹੋਵੇ, ਜਿੱਥੇ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਅਕਾਲੀ ਦਲ ਹੁਣ ਬੀਜੇਪੀ ਦੇ ਨਾਲ ਦੁਬਾਰਾ ਫਿਰ ਤੋਂ ਗੱਠਜੋੜ ਕਰ ਸਕਦਾ। ਅਜਿਹੀਆਂ ਕਿਆਸਰਾਈਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਦੇਖਣਾ ਹੋਵੇਗਾ ਕਿ ਆਖਰਕਾਰ ਇਹ ਕਿੱਥੋਂ ਤੱਕ ਲੱਗਦੀ ਹੈ ਗੱਲ, ਕਿੱਥੇ ਤੱਕ ਸਿਰੇ ਜਾਂਦੀ ਹੈ। ਤਾਂ ਮੇਰੇ ਨਾਲ ਇਸ ਵਿਸ਼ੇ ਤੇ ਚਰਚਾ ਕਰਨ ਨੂੰ ਵਿਕਰਮ ਨੇ। ਵਿਕਰਮ, ਕਿਵੇਂ ਵੇਖਦੇ ਹੋ? ਪਹਿਲਾਂ 1997-98 ਚ ਇਕੱਠੇ ਹੁੰਦੇ ਨੇ ਤੇ ਫਿਰ ਉਸ ਤੋਂ ਬਾਅਦ ਇੱਕੋ ਦਮ ਜਿਹੜਾ ਕਨਫਲਿਕਟ ਪੈਦਾ ਹੋ ਜਾਂਦਾ ਤੇ ਜਦੋਂ ਕਿਸਾਨੀ ਅੰਦੋਲਨ ਹੁੰਦਾ ਫਿਰ ਸੁਖਬੀਰ ਹੋਣੀ ਛੱਡ ਕੇ ਆ ਜਾਂਦੇ ਨੇ ਤੇ ਗੱਠਜੋੜ ਜਿਹੜਾ ਟੁੱਟ ਜਾਂਦਾ ਤੇ ਹੁਣ ਫਿਰ ਤੋਂ ਲਗਾਤਾਰ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ। ਪਹਿਲਾਂ ਵੀ ਮਾਹਰ ਕਹਿ ਰਹੇ ਸੀ ਕਿ ਹੋ ਸਕਦਾ ਹੈ ਕਿ ਅਕਾਲੀ ਦਲ ਕੋਸ਼ਿਸ਼ ਕਰੇ ਬੀਜੇਪੀ ਦੇ ਵੱਲ ਜਾਣ ਦੀ, ਪਰ ਕਿਵੇਂ ਦੇਖਦੇ ਹੋ? ਬੀਜੇਪੀ ਹੁਣ ਦੁਬਾਰਾ ਫਿਰ ਤੋਂ ਗੱਠਜੋੜ ਕਰੇਗਾ ਜਾਂ ਗੱਲ ਸਿਰੇ ਜਾਏਗੀ ਜਾਂ ਫਿਰ ਹੁਣ ਨਹੀਂ ਜਾਏਗੀ? ਮਨਦੀਪ ਦੇਖੋ, ਬੜੀ ਇੰਟਰਸਟਿੰਗ ਗੱਲ ਆ ਕਿ ਜਦੋਂ ਖੇਤੀਬਾੜੀ ਕਾਨੂੰਨ ਆਉਂਦੇ ਆ ਔਰ ਉਦੋਂ ਟੁੱਟ ਗਈ ਤੜਕ ਕਰਕੇ ਹੋ ਗਿਆ। ਹਾਲਾਂਕਿ ਪ੍ਰੈਸ਼ਰ ਸੀ ਲੋਕਾਂ ਦਾ ਜਦੋਂ ਟੁੱਟਦਾ ਅਲਾਇੰਸ ਬੀਜੇਪੀ ਔਰ ਸ਼੍ਰੋਮਣੀ ਅਕਾਲੀ ਦਲ ਦਾ, ਪਰ ਉਸ ਤੋਂ ਬਾਅਦ ਲੰਬਾ ਸਮਾਂ ਗੁਜ਼ਰ ਗਿਆ ਮਨਦੀਪ ਤੇ ਹੁਣ ਅਕਾਲੀ ਦਲ ਦੇ ਕਈ ਲੀਡਰ ਤਰਲੋ ਮੱਛੀ ਹੋਏ ਪਏ ਆ ਬੀਜੇਪੀ ਨਾਲ ਅਲਾਇੰਸ ਕਰਨ ਵਾਸਤੇ। ਉਹ ਚਾਹੁੰਦੇ ਆ ਕਿ ਕੱਲ ਅਲਾਇੰਸ ਹੋ ਜੇ, ਪਰਸੋਂ ਅਲਾਇੰਸ ਹੋ ਜੇ, ਬਸ ਛੇਤੀ ਕਿਤੇ ਬੀਜੇਪੀ ਦੇ ਨਾਲ ਅਕਾਲੀ ਦਲ ਦਾ ਅਲਾਇੰਸ ਹੋ ਜੇ। ਪਰ ਉੱਥੇ ਹੀ ਬੀਜੇਪੀ ਦੇ ਕਈ ਆਗੂ ਕਹਿੰਦੇ ਮੂੰਹ ਲਾਉਣ ਨੂੰ ਤਿਆਰ ਨਹੀਂ ਇਹਨਾਂ ਨੂੰ। ਇਸ ਤਰ੍ਹਾਂ ਦੀ ਗੱਲ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ। ਪਰ ਜਿਸ ਤਰੀਕੇ ਦੇ ਨਾਲ ਹੁਣ ਸਿਕੰਦਰ ਸਿੰਘ ਮਲੂਕਾ ਦਾ ਬਿਆਨ ਆਇਆ, ਉਹ ਕਹਿੰਦੇ ਕਿ ਫਾਇਦਾ ਮਿਲੇਗਾ ਦੋਨਾਂ ਪਾਰਟੀਆਂ ਨੂੰ। ਪਰ ਮਨਦੀਪ ਬਹੁਤ ਜੇ ਅਸੀਂ ਡੂੰਘਾਈ ਦੇ ਨਾਲ ਇਸ ਚੀਜ਼ ਨੂੰ ਦੇਖਦੇ ਹਾਂ ਤਾਂ ਕੋਈ ਬਹੁਤਾ ਫਾਇਦਾ ਨਹੀਂ ਲੱਗਦਾ ਕਿ ਨਾ ਤਾਂ ਹੁਣ ਬੀਜੇਪੀ ਨੂੰ ਅਕਾਲੀ ਦਲ ਦੇ ਨਾਲ ਬਹੁਤਾ ਫਾਇਦਾ ਹੋਣਾ ਅਲਾਇੰਸ ਕਰਕੇ ਤੇ ਨਾ ਹੀ ਅਕਾਲੀ ਦਲ ਨੂੰ ਬੀਜੇਪੀ ਨਾਲ ਫਾਇਦਾ ਹੁੰਦਾ ਨਜ਼ਰ ਆ ਰਿਹਾ। ਕਿਉਂਕਿ ਸਾਫ਼ ਜੀ ਗੱਲ ਹੈ, ਅਸੀਂ ਪਿਛਲੇ ਦਿਨਾਂ ਤੋਂ ਲਗਾਤਾਰ ਦੇਖ ਰਹੇ ਹਾਂ। ਜਿਵੇਂ ਕੱਲ ਤਾਂ ਹਜੇ ਤੁਸੀਂ ਚਿੱਠੀ ਲਿਖੀ ਹੈ, ਐਸਜੀਪੀਸੀ ਦੇ ਸਕੱਤਰ ਨੇ ਚਿੱਠੀ ਲਿਖਤੀ ਆਰਐਸਐਸ ਦੇ ਚੀਫ ਨੂੰ, ਕਹਿੰਦੇ ਕਿ ਜਿਹੜੀ ਬੀਜੇਪੀ ਹੈ ਔਰ ਆਰਐਸਐਸ ਆ ਉਹ ਇੰਟਰਵੀਨ ਬਾਹਲਾ ਕਰਨ ਲੱਗ ਗਈ ਹੈ, ਬਾਹਲੀ ਦਖਲਅੰਦਾਜ਼ੀ ਜਿਹੜੀ ਹੈ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਕਰਨ ਲੱਗ ਗਈ ਹੈ। ਤਾਂ ਇਸ ਤਰ੍ਹਾਂ ਦੇ ਬਿਆਨ ਆਰਐਸਐਸ ਦੇ ਪ੍ਰਤੀ ਸਿੱਖਾਂ ਦੇ ਵਿੱਚ ਨਫ਼ਰਤ ਭਰਨ ਤੋਂ ਬਾਅਦ ਤੁਸੀਂ ਕੀ ਉਮੀਦ ਕਰ ਸਕਦੇ ਹੋ ਕਿ ਸਿੱਖ ਇਸ ਅਲਾਇੰਸ ਨੂੰ ਜਾਂ ਪੰਜਾਬ ਦੇ ਲੋਕ, ਪੰਜਾਬੀ ਇਸ ਅਲਾਇੰਸ ਨੂੰ ਪ੍ਰਵਾਨ ਕਰਨਗੇ? ਬਹੁਤ ਔਖਾ ਲੱਗਦਾ। ਹੁਣ ਇਸ ਦੇ ਨਾਲ
ਕਿਉਂਕਿ ਇੱਕ ਦੂਸਰੇ ਪ੍ਰਤੀ ਇੰਨਾ ਤਿੱਖਾ ਤੁਸੀਂ ਬੋਲ ਲਿਆ, ਉਸ ਤੋਂ ਬਾਅਦ ਹੁਣ ਜੇ ਤੁਸੀਂ ਅਲਾਈਅੰਸ ਕਰਦੇ ਹੋ ਤਾਂ ਲੱਗਦਾ ਨਹੀਂ ਫਾਇਦਾ ਹੋਊਗਾ, ਹੋਰ ਤੁਸੀਂ ਐਕਸਪੋਜ਼ ਹੋਵੋਗੇ ਇਸ ਚੀਜ਼ ਨੂੰ ਲੈ ਕੇ। ਤਾਂ ਜੀ ਤੁਸੀਂ ਤਾਂ ਆਪਦੀਆਂ ਰੋਟੀਆਂ ਸੇਕਣ ਵਾਸਤੇ ਇੱਕ ਦੂਸਰੇ ਨੂੰ ਗਾਲਾਂ ਕੱਢਦੇ ਸੀ, ਗਾਲਾਂ ਬਹੁਤ ਕੱਢੀਆਂ, ਕਿਉਂਕਿ ਜਦੋਂ ਖੇਤੀਬਾੜੀ ਕਾਨੂੰਨ ਲਿਆਂਦੇ ਜਾਂਦੇ ਆ ਬੜਾ ਪ੍ਰਚਾਰ ਕੀਤਾ ਗਿਆ, ਔਰ ਉਸ ਤੋਂ ਬਾਅਦ ਫਿਰ ਲੋਕਾਂ ਦਾ ਪ੍ਰੈਸ਼ਰ ਸੀ ਮਨਦੀਪ, ਲੋਕਾਂ ਦੇ ਪ੍ਰੈਸ਼ਰ ਕਰਕੇ ਇਹ ਅਲਾਈਅੰਸ ਟੁੱਟਦਾ। 9 ਮਾਸ ਦਾ ਰਿਸ਼ਤਾ ਕਹਿੰਦੇ ਹੁੰਦੇ ਸੀ ਪ੍ਰਕਾਸ਼ ਸਿੰਘ ਬਾਦਲ, ਕਹਿੰਦੇ ਕਿ 9 ਮਾਸ ਦਾ ਰਿਸ਼ਤਾ, ਪਰ 9 ਮਾਸ ਦਾ ਰਿਸ਼ਤਾ ਟੁੱਟਿਆ ਕਿਵੇਂ ਹੈ? ਜਿਸ ਤਰੀਕੇ ਦੇ ਨਾਲ ਲੋਕ ਲਗਾਤਾਰ ਪ੍ਰੈਸ਼ਰਾਈਜ਼ ਕਰ ਰਹੇ ਸੀ ਅਕਾਲੀ ਦਲ ਨੂੰ, ਲਗਾਤਾਰ ਇਹ ਗੱਲ ਕਹੀ ਜਾ ਰਹੀ ਸੀ ਕਿ ਭਾਈ ਕਰ ਕੀ ਰਹੇ ਹੋ ਤੁਸੀਂ, ਜੇ ਤੁਸੀਂ ਪੰਥ ਦੀ ਜਾਂ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹੋ ਤਾਂ ਤੁਹਾਨੂੰ ਇਹ ਅਲਾਈਅੰਸ ਛੱਡਣਾ ਪਊਗਾ। ਇਸ ਤੋਂ ਪਹਿਲਾਂ ਵੀ ਜਦੋਂ ਖਾੜਕੂਵਾਦ ਤੋਂ ਬਾਅਦ ਪਹਿਲੀ ਵਾਰ ਜਦੋਂ ਸਰਕਾਰ ਬਣਦੀ ਹੈ ਔਰ ਉਦੋਂ ਬਸਪਾ ਦੇ ਨਾਲ ਉਸ ਤੋਂ ਪਹਿਲਾਂ ਸੀਗਾ ਜਿਸ ਤਰੀਕੇ ਨਾਲ ਅਲਾਈਅੰਸ, ਔਰ ਉਸ ਤੋਂ ਬਾਅਦ ਅਨਕੰਡੀਸ਼ਨਲ ਸਪੋਰਟ ਕਰਦੇ ਆ ਵਾਜਪੇਈ ਨੂੰ, ਵਾਜਪੇਈ ਦੀ ਗਵਰਨਮੈਂਟ ਨੂੰ ਸਪੋਰਟ ਕਰਦੇ ਆ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਬਾਅਦ, ਔਰ ਉਸ ਤੋਂ ਬਾਅਦ 10-15 ਦਿਨ ਦੀ ਸਰਕਾਰ, ਉਸ ਤੋਂ ਬਾਅਦ ਕੁਝ 10 ਮਹੀਨਿਆਂ ਦੀ, ਔਰ ਇਸ ਤਰੀਕੇ ਨਾਲ ਸਰਕਾਰ ਜਿਹੜੀ ਵਾਜਪੇਈ ਹੁਣਾਂ ਦੀ ਰਹੀ, ਤਾਂ ਉਸ ਨੂੰ ਬਕਾਇਦਾ ਤੌਰ ਤੇ ਅਨਕੰਡੀਸ਼ਨਲ ਤੌਰ ਤੇ ਸਪੋਰਟ ਪ੍ਰਕਾਸ਼ ਸਿੰਘ ਬਾਦਲ ਕਰਦੇ ਰਹੇ ਜਾਂ ਅਕਾਲੀ ਦਲ ਕਰਦਾ ਰਿਹਾ। ਕਿਉਂਕਿ ਜਦੋਂ ਪਹਿਲੀ ਵਾਰ ਇਹਨਾਂ ਦੀ ਖੜਕੂਵਾਦ ਤੋਂ ਬਾਅਦ 97 ਦੇ ਵਿੱਚ ਸਰਕਾਰ ਆਈ ਹੈ, ਉਸ ਤੋਂ ਬਾਅਦ ਲਗਾਤਾਰ ਨਿਭਦੀ ਰਹੀ ਦੋਵਾਂ ਦੇ ਨਾਲ, ਚੰਗੀ ਨਿਭਦੀ ਰਹੀ, ਪਰ ਉਦੋਂ ਦੱਸਿਆ ਹੀ ਜਾਂਦਾ, ਕਹਿੰਦੇ ਕਿ ਜੇ ਪੈਰ ਲਵਾਏ ਆ ਬੀਜੇਪੀ ਦੇ, ਮਨਦੀਪ ਜੇ ਅਸੀਂ ਦੇਖਦੇ ਹਾਂ ਚੀਜ਼ਾਂ ਸਟੱਡੀ ਕਰਦੇ ਹਾਂ ਤਾਂ ਜੇ ਬੀਜੇਪੀ ਦੇ ਪੰਜਾਬ ਦੇ ਵਿੱਚ ਪੈਰ ਲਵਾਏ ਆ ਤਾਂ ਉਹ ਅਕਾਲੀ ਦਲ ਨੇ ਲਵਾਏ ਆ। ਕਿਤੇ ਨਾ ਕਿਤੇ ਵਿਕਰਮ ਅਕਾਲੀ ਦਲ ਇਹ ਵੀ ਸੋਚ ਰਿਹਾ ਹੋਊਗਾ, ਕਿਉਂਕਿ ਬੀਜੇਪੀ ਦੇ ਨਾਲ ਹੁਣ, ਕਿਉਂਕਿ ਬੀਜੇਪੀ ਨੂੰ ਤਾਂ ਇੱਕ ਪਾਸੇ ਇਹ ਵੀ ਲੱਗ ਰਿਹਾ ਕਿ ਉਹਨੂੰ ਕੋਈ ਲੋੜ ਹੀ ਨਹੀਂ ਹੈ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਦਿੱਗਜ, ਜੇ ਗੱਲ ਕਰੀ ਤਾਂ ਸੁਨੀਲ ਜਾਖੜ ਉਹਨਾਂ ਦਾ ਆਪਣਾ ਇੱਕ ਔਰ ਹੈ, ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਆਪਣਾ ਇੱਕ ਪਪੂਲੈਰਿਟੀ ਹੈ, ਜਿਸ ਹਿਸਾਬ ਦੇ ਨਾਲ ਉਹਨਾਂ ਨੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਗਏ ਨੇ, ਤਾਂ ਕਿਤੇ ਨਾ ਕਿਤੇ ਅਕਾਲੀ ਦਲ ਇਹ ਵੀ ਸੋਚ ਰਿਹਾ ਹੋਊਗਾ ਕਿ ਕਿਉਂਕਿ ਮੰਨਿਆ ਜਾਂਦਾ ਹੈ ਕਿ ਮਾਝੇ ਦੇ ਵਿੱਚ ਕੁਝ ਸੀਟਾਂ ਜਿਹੜੀਆਂ ਨੇ ਉਹ ਅਕਾਲੀ ਦਲ ਦੀਆਂ ਆਪਣੀਆਂ ਹੈਗੀਆਂ ਨੇ, ਆਪਣਾ ਅਕਾਲੀ ਦਲ ਦਾ ਜਿਹੜਾ ਛੋਟਾ ਵੋਟ ਬੈਂਕ ਹੈ ਉਹ ਹੈਗਾ, ਕੋਈ 10-12 ਸੀਟਾਂ ਉਹਨਾਂ ਦੀਆਂ ਹੈਗੀਆਂ ਨੇ, ਪਰ ਇਸ ਵਾਰ ਤਾਂ ਬਿਲਕੁਲ ਹੀ 3 ਸੀਟਾਂ ਤੇ ਰਹਿ ਗਏ ਜੋ ਐਮਐਲਏ ਦੀ ਇਲੈਕਸ਼ਨ ਹੁੰਦੀ ਹੈ। ਤਾਂ ਕਿਤੇ ਨਾ ਕਿਤੇ ਅਕਾਲੀ ਦਲ ਇਹ ਵੀ ਰਣਨੀਤੀ ਬਣਾ ਰਿਹਾ ਹੋਊਗਾ ਵੀ ਵੱਡੇ ਲੀਡਰ ਕਾਂਗਰਸ ਦੇ ਗਏ ਨੇ ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵੀ ਪ੍ਰਵਾਨ ਕਰ ਲੈਣ, ਕਿਉਂਕਿ ਐਮਪੀ ਦੀ ਇਲੈਕਸ਼ਨ ਦੇ ਵਿੱਚ ਵੀ ਬੀਜੇਪੀ ਦੀ ਹਾਲਾਂਕਿ ਵਧੀਆ ਕਾਰਗੁਜ਼ਾਰੀ ਰਹੀ ਹੈ, ਠੀਕ ਰਹੀ ਹੈ ਪਹਿਲਾਂ ਨਾਲੋਂ। ਇਹ ਬਹੁਤ ਔਖਾ ਹੋ ਜਾਣਾ ਜੇ ਦੋਨਾਂ ਦਾ ਅਲਾਈਅੰਸ ਹੁੰਦਾ, ਤਾਂ ਇੱਕ ਤਾਂ ਵਿਰੋਧੀਆਂ ਨੂੰ ਕਹਿਣਾ ਬਹੁਤ ਸੌਖਾ ਹੋ ਜਾਊਗਾ ਕਿ ਭਾਈ ਦੇਖ ਲਓ ਇਹ ਤਾਂ ਇੱਕ ਦੂਸਰੇ ਨੂੰ ਗਾਲਾਂ ਕੱਢਦੇ ਸੀ ਸਿੱਧੇ ਤੌਰ ਤੇ, ਤਾਂ ਹੁਣ ਦੇਖ ਲਓ ਇਹ ਤਾਂ ਅੰਦਰੋਂ ਅੰਦਰ ਹੀ ਰਲੇ ਹੋਏ ਸੀ, ਅੰਦਰੋਂ ਅੰਦਰ ਹੀ ਰਲੇ ਹੋਏ ਸੀ, ਨੀਲੇ ਤੇ ਭਗਵੇਂ ਵਾਲੇ ਇਹ ਸਾਰੇ ਇੱਕ ਹੀ ਸੀਗੇ। ਇਹ ਵਿਰੋਧੀਆਂ ਨੂੰ ਕਹਿਣਾ, ਔਰ ਖਾਸ ਤੌਰ ਤੇ ਖੇਤੀਬਾੜੀ ਕਾਨੂੰਨ ਤੋਂ ਬਾਅਦ ਮੰਦੀ ਬੀਜੇਪੀ ਦੇ ਪ੍ਰਤੀ ਲੋਕਾਂ ਦੇ ਵਿੱਚ ਬਹੁਤ ਗੁੱਸਾ, ਕਿਉਂਕਿ ਪਹਿਲੀ ਤਾਂ ਗੱਲ ਕਿਸਾਨ ਬਹੁਤ ਉੱਥੇ ਸ਼ਹਾਦਤਾਂ ਹੋਈਆਂ, ਬਹੁਤ ਕਿਸਾਨਾਂ ਦੀ ਮੌਤ ਹੋਈ ਜਿਹੜੀ ਬਾਰਡਰ ਦੇ ਉੱਪਰ, ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਇੱਕ ਬਹੁਤ ਵਧੀਆ ਮੌਕਾ ਮਿਲ ਜਾਣਾ ਇਹ ਕਹਿਣ ਦਾ ਕਿ ਦੇਖੋ ਜੀ ਇਹ ਲੋਕ ਤਾਂ ਕਹਿੰਦੇ ਸੀ ਅਸੀਂ ਪੰਥ ਦੀ ਨੁਮਾਇੰਦਾ ਜਮਾਤ ਆ, ਥੋੜੇ ਦਿਨ ਪਹਿਲਾਂ ਆਰਐਸਐਸ ਨੂੰ ਚਿੱਠੀ ਲਿਖ ਰਹੇ ਸੀ, ਲਗਾਤਾਰ ਗਾਲਾਂ ਕੱਢ ਰਹੇ ਸੀ, ਆਪਦੇ ਬੰਦੇ ਅਕਾਲ ਤਖਤ ਦੇ ਜਥੇਦਾਰ ਵੀ ਲਗਾਤਾਰ ਬੋਲਦੇ ਆ ਰਹੇ ਨੇ ਪਿਛਲੇ ਦਿਨਾਂ ਤੋਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਲਗਾਤਾਰ ਬੀਜੇਪੀ ਔਰ ਆਰਐਸਐਸ ਦੇ ਖਿਲਾਫ ਵੀ ਬੋਲਦੇ ਰਹੇ। ਉਹ ਕਹਿੰਦੇ ਕਿ ਆਰਐਸਐਸ ਤੋਂ ਖਤਰਾ ਹੈ ਪੰਥ ਨੂੰ, ਆਰਐਸਐਸ ਤੋਂ ਖਤਰਾ ਹੈ, ਇਸ ਤਰ੍ਹਾਂ ਦੀ ਗੱਲ ਕਹਿੰਦੇ ਰਹੇ। ਕਹਿੰਦੇ ਕਿ ਆਰਐਸਐਸ ਦੇ ਬੰਦੇ ਵਾੜੇ ਜਾ ਰਹੇ ਆ। ਹੁਣ ਰੀਸੈਂਟਲੀ ਤੁਸੀਂ ਜਾ ਕੇ ਦੇਖੋ, ਥੋੜਾ ਜਿਹਾ ਪਿੱਛੇ ਜਦੋਂ ਆ ਐਸਜੀਪੀਸੀ ਦੀ ਚੋਣ ਹੋਈ ਹੈ ਮਨਦੀਪ, ਉਸ ਸਮੇਂ ਵੀ ਬੀਬੀ ਜਗੀਰ ਕੌਰ ਨੂੰ ਹੋਰ ਵੋਟਾਂ ਪੈ ਜਾਣੀਆਂ ਸੀ, ਪਰ ਸੁਖਬੀਰ ਬਾਦਲ ਹੁਣਾਂ ਨੇ ਜਾਂ ਜੋ ਸ਼੍ਰੋਮਣੀ ਅਕਾਲੀ ਦਲ ਆ ਉਹਨਾਂ ਨੇ ਇਹ ਕਹਿ ਕੇ ਜ਼ੋਰ ਦਿੱਤਾ, ਇਸ ਗੱਲ ਤੇ ਜ਼ੋਰ ਦੇ ਕੇ ਕਿਹਾ ਗਿਆ ਕਿ ਬੀਬੀ ਜਗੀਰ ਕੌਰ ਨੂੰ ਤਾਂ ਬੀਜੇਪੀ ਸਪੋਰਟ ਕਰ ਰਹੀ ਹੈ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜਾ ਵੋਟਾਂ ਬੀਬੀ ਜਗੀਰ ਕੌਰ ਨੂੰ ਘੱਟ ਪਈਆਂ, ਨਹੀਂ ਤਾਂ ਬੀਬੀ ਨੂੰ ਹੋਰ ਵੋਟਾਂ ਪੈ ਸਕਦੀਆਂ ਸੀ, ਕਿਉਂਕਿ ਆਰਐਸਐਸ ਦਾ ਜਦੋਂ ਜ਼ਿਕਰ ਆ ਜਾਂਦਾ ਹੈ ਔਰ ਬੀਜੇਪੀ ਦਾ ਜ਼ਿਕਰ ਆ ਜਾਂਦਾ ਹੈ, ਆਰਐਸਐਸ ਦਾ ਖਾਸ ਤੌਰ ਤੇ ਜਦੋਂ ਜ਼ਿਕਰ ਆਉਂਦਾ ਕਿ ਆਰਐਸਐਸ ਪੰਥ ਦੇ ਵਿੱਚ ਵੜ ਰਹੀ ਹੈ, ਆਰਐਸ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਵੜ ਰਹੀ ਹੈ, ਤਾਂ ਉਸ ਗੱਲ ਨੂੰ ਲੈ ਕੇ ਪੰਜਾਬੀਆਂ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਖਾਸ ਤੌਰ ਤੇ ਜਿਹੜੀ ਆ ਉਸ ਤਰ੍ਹਾਂ ਦੀ ਭਾਵਨਾ ਘਰ ਘਰ ਜਾਂਦੀ ਹੈ ਕਿ ਨਹੀਂ ਇਸ ਨੂੰ ਸਪੋਰਟ ਨਹੀਂ ਅਸੀਂ ਕਰ ਸਕਦੇ। ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਇਹ ਸਾਹਮਣੇ ਆ ਰਹੀ ਹੈ ਨਿਕਲ ਕੇ, ਕਿਉਂਕਿ ਮਾਰਾਂ ਦੇ ਨਾਲ ਲਗਾਤਾਰ ਜਿਵੇਂ ਗੱਲਬਾਤ ਹੁੰਦੀ ਹੈ, ਤਾਂ ਉਹ ਇਸੇ ਚੀਜ਼ ਨੂੰ ਲੈ ਕੇ ਕਹਿੰਦੇ ਕਿ ਬਹੁਤਾ ਫਾਇਦਾ ਅਕਾਲੀ ਦਲ ਨੂੰ ਜਾਂ ਬੀਜੇਪੀ ਨੂੰ ਨਹੀਂ ਹੋਣਾ, ਕਿਉਂਕਿ ਹੁਣ ਲਕੀਰਾਂ ਹੀ ਬਾਹਲੀਆਂ ਲੰਮੀਆਂ ਮਨਦੀਪ ਖਿੱਚੀਆਂ ਗਈਆਂ, ਲਕੀਰਾਂ ਇੱਕ ਦੂਸਰੇ ਨੂੰ ਲੈ ਕੇ ਬਹੁਤ ਲੰਮੀਆਂ ਖਿੱਚ ਲੀਆਂ ਇਹਨਾਂ ਨੇ। ਬੀਜੇਪੀ ਵਾਲੇ ਅਕਾਲੀ ਦਲ ਦੇ ਖਿਲਾਫ ਤਿੱਖਾ ਬੋਲਦੇ ਆ ਔਰ ਅਕਾਲੀ ਦਲ ਵਾਲਿਆਂ ਨੇ ਤਾਂ ਹੱਦਾਂ ਹੀ ਪਾਰ ਕਰਤੀਆਂ। ਰੀਸੈਂਟਲੀ ਬਹੁਤ ਸਾਰੇ ਜੇ ਐਗਜ਼ਾਮਪਲ ਦਈਏ ਤਾਂ ਉਹੀ ਮੋੜ ਘੇੜ ਕੇ ਜਿਹੜੇ ਐਗਜ਼ਾਮਪਲ ਆਉਂਦੇ ਆ ਸਾਹਮਣੇ, ਖੇਤੀਬਾੜੀ ਬਿੱਲਾਂ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਤਿੱਖਾ ਬੋਲਿਆ ਅਕਾਲੀ ਦਲ, ਉਸ ਤੋਂ ਬਾਅਦ ਲਗਾਤਾਰ ਵਿਧਾਨ ਸਭਾ ਚੋਣਾਂ ਲੰਘੀਆਂ, ਚੋਣਾਂ ਦੇ ਵਿੱਚ ਵੀ ਬਹੁਤ ਤਿੱਖਾ ਇੱਕ ਦੂਸਰੇ ਤੇ ਹਮਲੇ ਕੀਤੇ ਗਏ। ਉਸ ਤੋਂ ਬਾਅਦ ਤਾਂ ਲਗਾਤਾਰ ਜਿਸ ਤਰੀਕੇ ਨਾਲ ਬੀਜੇਪੀ ਦੇ ਖਿਲਾਫ ਬੋਲਿਆ, ਸੁਖਬੀਰ ਬਾਦਲ ਬੜਾ ਖੁੱਲ੍ਹ ਕੇ ਬੋਲਦੇ ਰਹੇ ਆ, ਤਾਂ ਲੱਗਦਾ ਨਹੀਂ ਕਿ ਅਕਾਲੀ ਦਲ ਨੂੰ ਔਰ ਬੀਜੇਪੀ ਨੂੰ ਇਕੱਠਿਆਂ ਹੋਇਆ
ਕੋਈ ਬਹੁਤਾ ਫਾਇਦਾ ਹੋਊਗਾ। ਪਰ ਅਕਾਲੀ ਦਲ ਦੇ ਆਗੂ ਬਹੁਤ ਤਰਲੋ ਮੱਛੀ ਹੋਏ ਕਹਿੰਦੇ ਕਿ ਬਸ ਸਾਨੂੰ ਤਾਂ ਅਲਾਇੰਸ ਕਰਾ ਦਿਓ, ਭੱਜ ਕੇ ਅਸੀਂ ਜੱਫੀਆਂ ਪਾ ਲਈਏ ਬੀਜੇਪੀ ਦੇ ਆਗੂਆਂ ਨੂੰ। ਪਰ ਪਿਛਲੇ ਦਿਨੀ ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਉਦੋਂ ਵੀ ਇਹ ਗੱਲ ਦੇਖੀ ਜਾਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਹੋਣਾ ਦੀ ਕਿਸੇ ਪੋਸਟਰ ਦੇ ਉੱਪਰ ਫੋਟੋ ਤੱਕ ਨਹੀਂ ਚਿਪਕਾਈ ਗਈ ਸੀਗੀ। ਤਾਂ ਉਹ ਵੀ ਕਿਤੇ ਨਾ ਕਿਤੇ ਬੀਜੇਪੀ ਇਹ ਵੀ ਗੱਲ ਸੋਚ ਰਹੀ ਹੋਊਗੀ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਵੀ ਅੱਜ ਕਹਿ ਦਿੱਤਾ ਹੈਗਾ, ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਬਿਲਕੁਲ ਹੀ ਨਹੀਂ ਹੋ ਸਕਦਾ। ਦੇਖੋ ਮਨਜਿੰਦਰ ਸਿਰਸਾ ਇਸ ਗੱਲੋਂ ਤਾਂ ਬਹੁਤ ਇਹ ਮੰਨਿਆ ਜਾਂਦਾ ਕਿ ਦਿੱਲੀ ਰਹਿ ਕੇ ਮਨਜਿੰਦਰ ਸਿਰਸਾ ਦਾ ਦਿਮਾਗ ਪੂਰਾ ਪੋਲੀਟੀਕਲ ਦਿਮਾਗ ਹੈ ਮਨਜਿੰਦਰ ਸਿਰਸਾ ਦਾ। ਜਦੋਂ ਮਨਜਿੰਦਰ ਸਿਰਸਾ ਨੇ ਇਹ ਚੀਜ਼ ਦੇਖੀ ਕਿ ਭਾਈ ਅਕਾਲੀ ਦਲ ਦੇ ਪੱਲੇ ਕੁਝ ਨਹੀਂ ਰਹਿ ਗਿਆ, ਨਾਲ ਦੀ ਨਾਲ ਮਾਰਦੇ ਆ ਜੰਪ। ਔਰ ਇਹ ਦੇਖੋ ਮਨਜਿੰਦਰ ਸਿਰਸਾ ਨੂੰ ਜੁਆਇਨਿੰਗ ਕੌਣ ਕਰਾਉਣ ਵਾਸਤੇ ਆ ਰਿਹਾ, ਮਨਜਿੰਦਰ ਸਿਰਸਾ ਦੇ ਘਰੇ ਕੌਣ ਆ ਰਿਹਾ। ਜੁਆਇਨਿੰਗ ਤੋਂ ਬਾਅਦ ਸਿੱਧਾ ਅਮਿਤ ਸ਼ਾਹ ਮਨਜਿੰਦਰ ਸਿਰਸਾ ਦੇ ਘਰ ਪਹੁੰਚ ਜਾਂਦੇ ਆ। ਤਾਂ ਅਮਿਤ ਸ਼ਾਹ ਦੇ ਨਾਲ ਮਨਜਿੰਦਰ ਸਿਰਸਾ ਦੀ 1 to 1 ਹੈ। ਸਿੱਖਾਂ ਦੇ ਮਸਲਿਆਂ ਦੀ ਗੱਲ ਲੈ ਕੇ ਜਾਂਦੇ, ਅਫਗਾਨਿਸਤਾਨ ਦੇ ਸਿੱਖਾਂ ਦਾ ਮਸਲਾ ਲੈ ਕੇ ਮਨਜਿੰਦਰ ਸਿਰਸਾ ਜਾਂਦੇ ਅਮਿਤ ਸ਼ਾਹ ਦੇ ਕੋਲ। ਤਾਂ ਮਨਜਿੰਦਰ ਸਿਰਸਾ ਵੀ ਜ਼ੋਰ ਪਾਉਣਗੇ ਕਿ ਅਕਾਲੀ ਦਲ ਦਾ ਨਾਲ ਗੱਠਜੋੜ ਨਾ ਹੋਵੇ, ਕਿਉਂਕਿ ਪੁਰਾਣਾ ਅਲਾਇੰਸ ਵੀ ਰਿਹਾ ਕਿਤੇ ਨਾ ਕਿਤੇ। ਪਰ ਇਹ ਚੀਜ਼ ਤਾਂ ਮੈਨੂੰ ਲੱਗਦਾ ਕਿ ਜਿਹੜੇ ਦਿੱਲੀ ਵਾਲੇ ਬੈਠੇ ਉਹ ਫੀਡ ਜ਼ਰੂਰ ਕਰਨਗੇ ਕਿ ਭਾਈ ਇਹਨਾਂ ਦੇ ਨਾਲ ਅਲਾਇੰਸ ਕਰਨਾ ਬਹੁਤਾ ਸਾਨੂੰ ਫਾਇਦਾ ਨਹੀਂ ਹੋਣਾ। ਇਹ ਗੱਲ ਤਾਂ ਖਾਸ ਤੌਰ ਤੇ ਸਾਹਮਣੇ ਆ ਰਹੀ ਹੈ। ਪਰ ਜੇ ਅਲਾਇੰਸ ਹੁੰਦਾ ਤਾਂ ਲੱਗ ਨਹੀਂ ਰਿਹਾ ਮਨਦੀਪ ਕਿ ਬਹੁਤਾ ਫਾਇਦਾ ਹੋਊਗਾ, ਕਿਉਂਕਿ ਇਹ ਚੀਜ਼ ਜ਼ਰੂਰ ਅਕਾਲੀਆਂ ਨੂੰ ਸਮਝਣੀ ਚਾਹੀਦੀ ਹੈ ਕਿ ਜਿੱਥੇ ਵੀ ਵੱਡੀਆਂ ਪਾਰਟੀਆਂ ਖਾਸ ਤੌਰ ਤੇ ਨੈਸ਼ਨਲ ਪਾਰਟੀਆਂ ਗਈਆਂ, ਉਹਨਾਂ ਨੇ ਅਲਾਇੰਸ ਜ਼ਰੂਰ ਆਪਣੀਆਂ ਜੜ੍ਹਾਂ ਲਾਉਣ ਵਾਸਤੇ, ਆਪਣੇ ਪੈਰ ਪਸਾਰਨ ਵਾਸਤੇ ਰੀਜਨਲ ਪਾਰਟੀਆਂ ਦੇ ਨਾਲ ਉਹਨਾਂ ਨੇ ਅਲਾਇੰਸ ਕੀਤੇ ਆ। ਪਰ ਉਸ ਤੋਂ ਬਾਅਦ ਉਹਨਾਂ ਪਾਰਟੀਆਂ ਨੂੰ ਖਾ ਗਏ। ਉਹ ਬਹੁਤ ਸਾਰੇ ਐਗਜ਼ਾਮਪਲ ਆ ਜਿਨ੍ਹਾਂ ਨੂੰ ਸਮੇਂ ਤੇ ਪਤਾ ਲੱਗ ਗਿਆ। ਨਵੀਨ ਪਟਨਾਇਕ ਆ, ਨਵੀਨ ਪਟਨਾਇਕ ਉੜੀਸਾ ਦੇ ਮੁੱਖ ਮੰਤਰੀ ਆ। ਉਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਮੈਨੂੰ ਖਾਣ ਲੱਗ ਗਏ ਆ, ਬ੍ਰੇਕ ਕਰਤਾ, ਉਹਨਾਂ ਨੇ ਅਲਾਇੰਸ ਤੋੜਤਾ। ਮਹਿਬੂਬਾ ਮੁਫਤੀ ਸਭ ਤੋਂ ਵੱਡਾ ਐਗਜ਼ਾਮਪਲ ਆ। ਮਹਿਬੂਬਾ ਮੁਫਤੀ ਦੇ ਨਾਲ ਸਰਕਾਰ ਹੰਡਾਈ, ਮਹਿਬੂਬਾ ਮੁਫਤੀ ਦੇ ਨਾਲ ਬੀਜੇਪੀ ਨੇ ਸਰਕਾਰ ਬਣਾਈ, ਔਰ ਉਸ ਤੋਂ ਬਾਅਦ ਦੇਖ ਲਓ ਤੁਸੀਂ 370 ਵੀ ਜਿਸ ਤਰੀਕੇ ਦੇ ਨਾਲ ਹਟਾਈ। ਔਰ ਸੂਬਿਆਂ ਦੀ ਗੱਲ ਆਉਂਦੀ ਹੈ ਤਾਂ ਅਕਾਲੀ ਦਲ ਔਰ ਬੀਜੇਪੀ ਦੇ ਵਿਚਾਰਧਾਰਕ ਬਹੁਤ ਵੱਖਰੇਵੇਂ ਆ। ਅਸੀਂ ਮਨਦੀਪ ਦੇਖਦੇ ਹਾਂ ਜਿਹੜੀਆਂ ਚੀਜ਼ਾਂ ਨੂੰ ਲੈ ਕੇ, ਕਿਉਂਕਿ ਅਕਾਲੀ ਦਲ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ, ਔਰ ਦੂਸਰੇ ਬੰਨੇ ਬੀਜੇਪੀ ਤਾਂ ਕਹਿੰਦੀ ਰਾਸ਼ਟਰ ਏਕ ਹੈ, ਕਹਿੰਦੀ ਸਾਰੇ ਦੇਸ਼ ਦੇ ਵਿੱਚ ਇੱਕ ਫੰਡਾਮੈਂਟਲ ਜਿਹੜਾ ਸਿਸਟਮ ਜਿਹੜਾ ਹੈ ਉਹ ਲਾਗੂ ਹੋਣਾ ਚਾਹੀਦਾ। ਬੀਜੇਪੀ ਦੀ ਇਹ ਥਿਉਰੀ ਹੈ। ਪਰ ਫਿਰ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਆਉਂਦੀ ਹੈ, ਸੂਬੇ ਦੇ ਵਿੱਚ ਉਹ ਤਾਂ ਕਹਿੰਦੇ ਕਿ ਇੱਕ ਦੇਸ਼ ਇੱਕ ਬੋਲੀ, ਇਸ ਤਰ੍ਹਾਂ ਦੀ ਵੀ ਗੱਲ ਕਹਿੰਦੇ ਉਹ ਤਾਂ ਬਿਲਕੁਲ। ਪਰ ਫਿਰ ਸੂਬਿਆਂ ਦੀਆਂ ਜਿਹੜੀਆਂ ਬੋਲੀਆਂ ਨੇ, ਸੂਬਿਆਂ ਦੇ ਪਹਿਰਾਵੇ ਆ, ਸੂਬਿਆਂ ਦਾ ਜਿਹੜਾ ਸੰਸਕ੍ਰਿਤੀ ਆ, ਜਾਂ ਸੂਬਿਆਂ ਦੇ ਅਸੀਂ ਕਹਿੰਦੇ ਕਿ ਕਲਚਰ ਆ ਖਾਸ ਤੌਰ ਤੇ, ਕਿ ਉਹ ਵੀ ਕਲਚਰ ਇੱਕ ਹੋਊਗਾ। ਤਾਂ ਇਸ ਚੀਜ਼ ਨੂੰ ਲੈ ਕੇ ਜੇ ਅਸੀਂ ਦੇਖਦੇ ਹਾਂ ਤਾਂ ਅਕਾਲੀ ਦਲ ਦੇ ਔਰ ਬੀਜੇਪੀ ਦੇ ਵੱਖਰੇਵੇਂ ਬਹੁਤ ਆ ਸੋਚ ਦੇ। ਸਿਧਾਂਤਕ ਤੌਰ ਤੇ ਵੀ ਅਸੀਂ ਗੱਲ ਕਰਦੇ ਹਾਂ ਤਾਂ ਪਰ 9 ਮਾਸ ਦਾ ਰਿਸ਼ਤਾ ਕਹਿੰਦੇ ਹੁੰਦੇ ਸੀ, ਔਰ 9 ਮਾਸ ਦਾ ਰਿਸ਼ਤਾ ਤਾਂ ਜਿਵੇਂ ਅਸੀਂ ਦੇਖਿਆ ਕਿਵੇਂ ਟੁੱਟਿਆ ਉਹ 9 ਮਾਸ ਦਾ ਰਿਸ਼ਤਾ। ਪਰ ਹੋ ਸਕਦਾ ਰਾਜਨੀਤੀ ਦੇ ਵਿੱਚ ਸੰਭਾਵਨਾਵਾਂ ਵੀ ਬਹੁਤ ਸਾਰੀਆਂ ਹੁੰਦੀਆਂ। ਜੇ ਕੋਈ ਸੰਭਾਵਨਾ ਇਸ ਤਰ੍ਹਾਂ ਦੀ ਬਣਦੀ ਹੈ ਤਾਂ ਲੱਗਦਾ ਨਹੀਂ ਮਨਦੀਪ ਕੇ ਇਹਦੇ ਨਾਲ ਬਹੁਤਾ ਫਾਇਦਾ ਹੋਊਗਾ। ਆਖਰੀ ਸਵਾਲ ਆ ਵਿਕਰਮ, ਅਕਾਲੀ ਦਲ ਦੇ ਜਿਹੜੇ ਫਿਰ ਲੀਡਰ ਹੁਣ ਬਿਆਨ ਦੇ ਰਹੇ ਨੇ ਉਹ ਕਿਉਂ ਇੰਨੇ ਕਾਹਲੇ ਪਏ ਨੇ? ਅਕਾਲੀ ਦਲ ਦੇ ਲੀਡਰ ਕਿਉਂ ਇੰਨੇ ਕਾਹਲੇ ਪਏ ਨੇ ਬਿਆਨ ਦੇਣ ਨੂੰ ਕਿ ਬੀਜੇਪੀ ਨਾਲ ਗੱਠਜੋੜ ਹੋ ਜੇ? ਕੀ ਕਿਤੇ ਉਹਨਾਂ ਤੋਂ ਕਹਾਇਆ ਜਾ ਰਹੀ ਹੈ ਇਹ ਚੀਜ਼, ਜਾਂ ਉਹਨਾਂ ਨੂੰ ਖੁਦ ਨੂੰ ਇਨਸਿਕਿਉਰਿਟੀ ਹੋ ਰਹੀ ਹੈ ਆਪਣੀ ਵਿਧਾਨ ਸਭਾ ਸੀਟ ਨੂੰ ਲੈ ਕੇ ਕਿ ਹੁਣ ਤਾਂ ਭਾਈ ਵੋਟਾਂ ਪਾਉਣੀਆਂ ਹੀ ਨਹੀਂ ਗਈਆਂ, ਜੇ ਜਿਹੜੀ ਅਲਾਇੰਸ ਨਾ ਕੀਤਾ ਤਾਂ ਉਸ ਤੋਂ ਬਿਨਾਂ ਤਾਂ ਫਿਰ ਹੁਣ ਗੱਲ ਹੀ ਨਹੀਂ ਬਣਨੀ? ਦੇਖੋ ਕਿਤੇ ਨਾ ਕਿਤੇ ਤਰਲੋ ਮੱਛੀ ਵੀ ਹੈ। ਇਹ ਵੀ ਕਿਹਾ ਜਾ ਸਕਦਾ ਕਿ ਜਿਹੜੇ ਅਕਾਲੀ ਲੀਡਰ ਬਿਆਨ ਦੇ ਰਹੇ ਆ ਉਹਨਾਂ ਤੋਂ ਉਹਨਾਂ ਦੀ ਲੀਡਰਸ਼ਿਪ ਘਵਾ ਰਹੀ ਹੋਵੇ, ਕਹਾਇਆ ਜਾ ਰਿਹਾ ਹੋਵੇ ਕਿ ਤੁਸੀਂ ਬਿਆਨ ਦਾਗੋ, ਦੇਖਦੇ ਗਰਾਊਂਡ ਤੇ ਰਿਸਪੌਂਸ ਕੀ ਆਉਂਦਾ। ਤੁਸੀਂ ਇੱਕ ਵਾਰ ਬਿਆਨ ਦਾਗੋ, ਦੇਖਦੇ ਉਧਰੋਂ ਰਿਸਪੌਂਸ ਕੀ ਆਉਂਦਾ। ਤੁਸੀਂ ਇੱਕ ਵਾਰ ਬਿਆਨ ਤਾਂ ਦਾਗੋ, ਫਿਰ ਦੇਖਦੇ ਰਿਐਕਸ਼ਨ ਕੀ ਆਉਂਦਾ। ਇਸ ਤਰ੍ਹਾਂ ਦੀਆਂ ਚੀਜ਼ਾਂ ਮੇ ਬੀ ਟਰਾਈ ਕਰਨ ਦੀ ਕੋਸ਼ਿਸ਼ ਹੋਵੇ, ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਹੋਵੇ, ਕਿਉਂਕਿ ਅਸੀਂ ਲਗਾਤਾਰ ਦੇਖਦੇ ਹਾਂ ਬੀਜੇਪੀ ਨੂੰ ਕੋਈ ਨਹੀਂ ਪੁੱਛਦਾ ਸੀ ਪੰਜਾਬ ਦੇ ਵਿੱਚ। ਇਹ ਸਾਨੂੰ ਸਮਝਣਾ ਚਾਹੀਦਾ ਹੈ, ਸਮਝਣੀ ਪਏਗੀ ਗੱਲ। ਬੀਜੇਪੀ ਨੂੰ ਪੰਜਾਬ 'ਚ ਕੋਈ ਨਹੀਂ ਪੁੱਛਦਾ ਸੀ। ਬੀਜੇਪੀ ਦੇ ਪੈਰ ਲਵਾਏ ਆ ਪੰਜਾਬ ਦੇ ਵਿੱਚ ਤਾਂ ਅਕਾਲੀ ਦਲ ਨੇ ਲਵਾਏ ਆ। ਅਕਾਲੀ ਦਲ ਜਿਸ ਤਰ੍ਹਾਂ ਲੈ ਕੇ ਆਇਆ, ਪ੍ਰਕਾਸ਼ ਸਿੰਘ ਬਾਦਲ ਹੁਣੀ ਸਪੋਰਟ ਕੀਤਾ ਉਹਨਾਂ ਨੇ ਵਾਜਪੇਈ ਨੂੰ, ਔਰ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਜਨਸੰਘ ਦੇ ਨਾਲ ਵੀ ਅਸੀਂ ਜ਼ਿਕਰ ਕਰਦੇ ਹਾਂ ਤਾਂ ਇਹ ਵੀ ਜ਼ਰੂਰ ਦੇਖਣਾ ਚਾਹੀਦਾ। ਜਨਸੰਘ ਨੂੰ ਸਪੋਰਟ ਕਰਦਾ ਅਕਾਲੀ ਦਲ, ਔਰ ਉਸ ਤੋਂ ਬਾਅਦ ਫਿਰ ਪ੍ਰਕਾਸ਼ ਸਿੰਘ ਬਾਦਲ ਸਪੋਰਟ ਕਰਦੇ ਆ ਵਾਜਪੇਈ ਨੂੰ, ਔਰ 97 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਸਪੋਰਟ ਕੀਤਾ ਜਾਂਦਾ। ਖਾੜਕੂ ਲਹਿਰ ਤੋਂ ਬਾਅਦ ਜਿਹੜਾ ਸਪੋਰਟ ਕਰਦੇ ਆ ਅਨਕੰਡੀਸ਼ਨਲ, ਕਹਿੰਦੇ ਸੀ ਕਿ ਅਸੀਂ ਅਨਕੰਡੀਸ਼ਨਲ ਸਪੋਰਟ ਕੀਤਾ ਕਿਉਂਕਿ ਸਾਡੀ ਕਹਿੰਦੇ ਮੱਤ ਨਹੀਂ ਮਿਲਦੀ ਕਾਂਗਰਸ ਦੇ ਨਾਲ। ਔਰ ਹਜੇ ਥੋੜਾ ਸਮਾਂ ਪਹਿਲਾਂ ਹੀ ਅਕਾਲ ਤਖਤ ਸਾਹਿਬ ਤੇ ਥੋੜੇ ਸਾਲ ਪਹਿਲਾਂ ਹੀ ਅਟੈਕ ਹੋਇਆ ਸੀ, ਔਰ ਸਾਰੀਆਂ ਚੀਜ਼ਾਂ
ਉਸ ਜਿਹੜਾ ਦੌਰ ਚੋਂ ਗੁਜ਼ਰ ਰਿਹਾ ਸੀ ਪੰਜਾਬ, ਉਸ ਸਮੇਂ ਖਾੜਕੂ ਲਹਿਰ ਚੱਲ ਰਹੀ ਸੀ। ਉਸ ਤੋਂ ਬਾਅਦ ਪਹਿਲੀ ਗਵਰਨਮੈਂਟ ਜਦੋਂ ਮੈਜੋਰਟੀ ਮਿਲਦੀ ਹੈ, ਅਕਾਲੀ ਦਲ ਦੀ ਗਵਰਨਮੈਂਟ ਬਣਦੀ ਹੈ, ਤਾਂ ਫਿਰ ਅਨਕੰਡੀਸ਼ਨਲ ਤੌਰ ਤੇ ਸਪੋਰਟ ਵਾਜਪੇਈ ਨੂੰ ਕੀਤਾ ਜਾਂਦਾ ਹੈ। ਤਾਂ ਉਸ ਤੋਂ ਬਾਅਦ ਹੀ ਪੈਰ ਲੱਗਣੇ ਸ਼ੁਰੂ ਹੋਏ ਪੰਜਾਬ ਦੇ ਵਿੱਚ ਬੀਜੇਪੀ ਦੀਆਂ ਜੜ੍ਹਾਂ ਜਿਹੜੀਆਂ ਉਹ ਡੂੰਘੀਆਂ ਵੀ ਪੰਜਾਬ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਕਾਲੀ ਦਲ ਨੇ ਕੀਤੀ, ਪਰ ਇਹਨਾਂ ਗੱਲਾਂ ਕਰਕੇ ਪੰਥ ਅਕਾਲੀ ਦਲ ਤੋਂ ਦੂਰ ਹੁੰਦਾ ਗਿਆ ਔਰ ਹਿੰਦੂ ਉਸ ਤਰੀਕੇ ਨਾਲ ਅਕਾਲੀ ਦਲ ਦੇ ਨਾਲ ਜੁੜ ਨਹੀਂ ਪਾਏ। ਨਾ ਅਕਾਲੀ ਦਲ ਆਪਣੀਆਂ ਬਿਆਨਬਾਜ਼ੀਆਂ ਕਰਕੇ ਹਿੰਦੂਆਂ ਨੂੰ ਉਸ ਤਰੀਕੇ ਦੇ ਨਾਲ ਆਪਣੇ ਕਲਾਵੇ 'ਚ ਲੈ ਸਕਿਆ, ਕਿਉਂਕਿ ਜ਼ਿਆਦਾਤਰ ਹਿੰਦੂ ਜਿਹੜੇ ਆ, ਸਾਰੇ ਨਹੀਂ, ਹਿੰਦੂਆਂ ਦੇ ਮਨ 'ਚ ਇਹ ਗੱਲ ਜਚਾਈ ਜਾ ਰਹੀ ਕਿ ਤੁਹਾਨੂੰ ਸਭ ਤੋਂ ਵੱਧ ਜੇ ਸੇਫਟੀ ਮਿਲੂਗੀ ਤਾਂ ਉਹ ਬੀਜੇਪੀ ਦੇ ਰਾਜ 'ਚ ਮਿਲੂਗੀ। ਇਹ ਥਿਉਰੀ ਬੀਜੇਪੀ ਪੂਰਾ ਫਿੱਟ ਕਰਦੀ ਹੈ। ਜਿੱਥੇ ਵੀ ਬੀਜੇਪੀ ਦੇ ਆਗੂ ਭਾਸ਼ਣ ਦਿੰਦੇ ਆ, ਹੁਣ ਵੀ ਜਿਹੜਾ ਥਿਉਰੀ ਇਹੀ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਮਾਹੌਲ ਖਰਾਬ ਕੀਤਾ ਜਾ ਰਿਹਾ, ਹਿੰਦੂ ਸੇਫ ਨਹੀਂ ਹੈ। ਤਾਂ ਪਿਛਲੇ ਦਿਨੀ ਮਜੀਠੀਆ ਨੇ ਵੀ ਇਹੋ ਜਿਹਾ ਹੀ ਇੱਕ ਬਿਆਨ ਦਿੱਤਾ। ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਈਸਾਈਆਂ ਨੂੰ ਖਤਰਾ, ਹਿੰਦੂਆਂ ਨੂੰ ਖਤਰਾ, ਹਰ ਹਿੰਦੂ ਭਰਾ ਨਾਲ ਖੜਾ ਮਜੀਠੀਆ। ਕਹਿੰਦੇ ਕਿ ਫੋਨ ਆ ਰਹੇ, ਮਾਹੌਲ ਖਰਾਬ ਹੋ ਰਿਹਾ। ਤਾਂ ਇਸ ਤਰ੍ਹਾਂ ਦੇ ਬਿਆਨਾਂ ਦੇ ਨਾਲ ਮੈਨੂੰ ਲੱਗਦਾ ਕਿ ਬੀਜੇਪੀ ਨੂੰ ਹੀ ਫਾਇਦਾ ਹੋਏਗਾ। ਪਰ ਜਿਸ ਤਰੀਕੇ ਨਾਲ ਵਾਰ-ਵਾਰ ਜ਼ਿਕਰ ਆਉਂਦਾ, ਜੜ੍ਹਾਂ ਲਵਾਈਆਂ ਅਕਾਲੀ ਦਲ ਨੇ, ਪਰ ਉਸੇ ਅਕਾਲੀ ਦਲ ਨੂੰ ਡੈਮੇਜ ਵੀ ਬੀਜੇਪੀ ਨੇ ਕੀਤਾ। ਡੈਮੇਜ ਬੀਜੇਪੀ ਨੇ ਕੀਤਾ। ਹੁਣ ਤੱਕ ਤਾਂ ਇਕੱਠਿਆਂ ਗੱਠਜੋੜ ਕਰਕੇ ਤਾਂ ਲੜਦੇ ਰਹੇ ਚੋਣਾਂ, ਜਿੱਤਦੇ ਵੀ ਰਹੇ ਚੋਣਾਂ, ਪਰ ਹੁਣ ਪੈਰ ਲੱਗਣੇ ਔਖੇ ਹੋ ਗਏ, ਕਿਉਂਕਿ ਬੀਜੇਪੀ ਨੇ ਵੀ ਆਪਦੇ ਤੀਰ ਚਲਾ ਕੇ ਦੇਖ ਲਏ, ਅਕਾਲੀ ਦਲ ਨੇ ਵੀ ਤੀਰ ਚਲਾ ਕੇ ਦੇਖ ਲਏ। ਗੁੱਸਾ ਬਹੁਤ ਸੀ। ਜੇ ਰਿਵਾਈਵਲ ਹੋਣਾ ਹੁੰਦਾ ਤਾਂ ਸ਼ਾਇਦ ਇਹਨਾਂ ਚੋਣਾਂ ਦੇ ਵਿੱਚ ਕਿਉਂਕਿ ਅਕਾਲੀ ਦਲ ਨੇ ਮੰਦੀ ਬੜਾ ਜ਼ੋਰ ਲਾ ਕੇ ਕਿਹਾ ਕਿ ਅਸੀਂ ਕਿਸਾਨਾਂ ਵਾਸਤੇ, ਕਿਸਾਨਾਂ ਦੇ ਹੱਕਾਂ ਦੀ ਗੱਲ ਕਰਕੇ ਅਸੀਂ ਜਿਹੜਾ ਤੋੜ ਵਿਛੋੜਾ ਕੀਤਾ, ਜਾਂ ਅਸੀਂ ਮਿਨਿਸਟਰੀ ਛੱਡੀ, ਅਸੀਂ ਵਜ਼ੀਰੀ ਛੱਡੀ, ਅਸੀਂ ਕੁਰਸੀ ਛੱਡੀ। ਪਰ ਲੋਕਾਂ ਨੂੰ ਇਹ ਸਮਝ ਲੱਗ ਗਈ ਸੀ ਕਿ ਤੁਸੀਂ ਰਾਜਨੀਤੀ ਕਰਕੇ ਛੱਡੀ ਹੈ, ਇਹ ਲੋਕਾਂ ਦੇ ਪ੍ਰੈਸ਼ਰ ਕਰਕੇ ਛੱਡੀ ਹੈ। ਇਸ ਕਰਕੇ ਜਾਂ ਫਿਰ ਲੋਕਾਂ ਨੂੰ ਉਹ ਚੀਜ਼ ਜਚਾ ਨਹੀਂ ਪਾਏ ਕਿ ਭਾਈ ਅਸੀਂ ਕਿਸ ਕਰਕੇ ਛੱਡੀ ਹੈ। ਉਸ ਤੋਂ ਬਾਅਦ ਹੁਣ ਫਿਰ ਰੀਸੈਂਟ ਜਿਹੜਾ ਐਪੀਸੋਡ ਆ, ਉਸਨੇ ਤਾਂ ਕੰਮ ਹੋਰ ਜ਼ਿਆਦਾ ਖਰਾਬ ਕਰਤਾ। ਜਿਹੜੇ ਬਿਆਨਬਾਜ਼ੀਆਂ ਦਿੱਤੀਆਂ, ਜਾਂ ਇਹਨਾਂ ਨੂੰ ਇੰਨਾ ਕੁ ਦਾਇਰਾ ਰੱਖਣਾ ਚਾਹੀਦਾ ਸੀ ਕਿ ਭਾਈ ਲਕੀਰ ਖਿੱਚ ਲੈਂਦੇ ਵੀ ਨਾ ਬੀਜੇਪੀ ਵਾਲੇ ਇੰਨੇ ਤਿੱਖੇ ਬਿਆਨ ਦੇਣਗੇ, ਨਾ ਅਕਾਲੀ ਇੰਨੇ ਤਿੱਖੇ ਬਿਆਨ ਦੇਣਗੇ, ਆਪਾਂ ਲਕੀਰ ਜੀ ਖਿੱਚ ਕੇ ਰੱਖਣੀ ਹੈ, ਇੱਕ ਵਾਰ ਐਕਸਪੈਰੀਮੈਂਟ ਕਰਕੇ ਦੇਖ ਲੈਂਦੇ ਆ। ਪਰ ਹੁਣ ਬਹੁਤ ਔਖਾ ਲੱਗਦਾ, ਜੇ ਹੱਥ ਜੁੜਦੇ ਵੀ ਆ ਤਾਂ ਲੱਗਦਾ ਨਹੀਂ ਕਿਸੇ ਨੂੰ ਫਾਇਦਾ ਹੋਣਾ। ਔਰ ਇਹ ਬੀਜੇਪੀ ਨੂੰ ਪਤਾ ਹੈ ਇਸ ਗੱਲ ਦਾ, ਗਰਾਊਂਡ ਦੇ ਉੱਪਰ ਕਿਹਦੀ ਕੀ ਪੋਜੀਸ਼ਨ ਹੈ, ਕਿਉਂਕਿ ਜਿਹੜਾ ਏਜੰਸੀਆਂ ਦਾ ਸਰਵੇ ਹੈ, ਏਜੰਸੀਆਂ ਤੋਂ ਸਰਵੇ ਮੰਗਾ ਕੇ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਲਗਾਤਾਰ ਇਸ ਚੀਜ਼ ਤੇ ਨਜ਼ਰ ਰੱਖ ਰਹੀ ਹੈ ਮਨਦੀਪ, ਕਿ ਗਰਾਊਂਡ ਤੇ ਮਾਹੌਲ ਕੀ ਹੈ ਇਸ ਚੀਜ਼ ਨੂੰ ਲੈ ਕੇ, ਤਾਂ ਖਾਸ ਤੌਰ ਤੇ। ਪਰ ਦੇਖਣਾ ਇਹ ਹੈ, ਇਹ ਵੀ ਚੀਜ਼ ਇੱਕ ਦਿਲਚਸਪ ਹੈ, ਕਿਤੇ ਇਹ ਨਾ ਕਾਕਟੇਲ ਬਣ ਜੇ ਕਿ ਜਿਸ ਤਰੀਕੇ ਦੇ ਨਾਲ ਦੂਸਰੀਆਂ ਜਿਹੜੀਆਂ ਵੱਖ-ਵੱਖ ਵਿਚਾਰਧਾਰਾਵਾਂ ਇਹ ਕਿਤੇ ਇਕੱਠੀਆਂ ਹੋ ਜਾਣ, ਅਲੱਗ ਜਿਹੀ ਕਾਕਟੇਲ ਨਾ ਕਿਤੇ ਪੋਲੀਟੀਕਲ ਕਾਕਟੇਲ ਬਣ ਜੇ। ਜਿਸ ਤਰੀਕੇ ਨਾਲ ਕੋਈ ਕਾਂਗਰਸ ਵੀ ਆਪਣੀ ਹੋਂਦ ਬਚਾਉਂਦੀ ਫਿਰ ਰਹੀ ਹੈ, ਕਿਤੇ ਅਕਾਲੀ ਦਲ, ਔਰ ਇਹ ਤਾਂ ਨਹੀਂ ਹੋਏਗਾ ਕਿਤੇ ਕਿ ਅਕਾਲੀ ਦਲ ਵੀ ਜਿਵੇਂ ਹਾਸ਼ੀਏ ਤੇ ਗਿਆ ਹੋਇਆ ਔਰ ਉੱਥੇ ਹੀ ਕਾਂਗਰਸ ਜਿਹੜੀ ਹੈ। ਪਰ ਇਹ ਔਖੀ ਲੱਗਦੀ ਹੈ ਗੱਲ, ਪਰ ਹੋ ਸਕਦਾ ਕਿ ਇਸ ਤਰੀਕੇ ਦੇ ਨਾਲ ਵੀ ਕਦੇ ਗੱਲ ਜੇ ਬਣਦੀ ਲੱਗੇ ਤਾਂ ਭਾਈ, ਜੇ ਬੀਜੇਪੀ ਨਾਲ ਗੱਲ ਨਾ ਬਣੀ ਤਾਂ ਹੋਰ ਆਪਸ਼ਨ ਕੀ ਹੈ, ਹੋਰ ਵੱਡੀ ਪਾਰਟੀ ਤਾਂ ਹੈ ਨਹੀਂ ਕੋਈ। ਕਿਉਂਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ, ਆਮ ਆਦਮੀ ਪਾਰਟੀ ਨੂੰ ਲੱਗਦਾ ਨਹੀਂ ਕਿ ਕਦੇ ਅਲਾਇੰਸ ਹੋਏਗਾ, ਹੋ ਵੀ ਸਕਦਾ, ਪਰ ਹਜੇ ਆਮ ਆਦਮੀ ਪਾਰਟੀ ਬਹੁਮਤ ਦੇ ਵਿੱਚ ਹੈ, ਸਰਕਾਰ ਆ ਉਹਨਾਂ ਦੀ, ਅਜੇ ਆਮ ਆਦਮੀ ਪਾਰਟੀ ਨਹੀਂ ਲੱਗਦਾ ਇਸ ਪੋਜੀਸ਼ਨ ਦੇ ਵਿੱਚ। ਪਰ ਕਾਂਗਰਸ ਔਰ ਅਕਾਲੀ ਦਲ ਦਾ ਵਿਚਾਰਧਾਰਾ ਨਹੀਂ ਮਿਲਣੀ, ਪਰ ਹੋ ਸਕਦਾ ਕਦੇ ਜੇ ਇਸ ਤਰ੍ਹਾਂ ਦਾ ਕੋਈ ਪੋਲੀਟੀਕਲ ਕਾਕਟੇਲ ਬਣ ਜਾਵੇ ਕਿ ਦੇਖਣ ਨੂੰ ਮਿਲ ਸਕਦਾ, ਇਹ ਤਾਂ ਵਕਤ ਦੱਸੇਗਾ। ਪਰ ਅੱਜ ਦੇ ਸਮੇਂ ਦੇ ਵਿੱਚ ਨਾ ਤਾਂ ਹਾਲਾਤ ਅਕਾਲੀਆਂ ਲਈ ਠੀਕ ਹੈ, ਨਾ ਬੀਜੇਪੀ ਲਈ ਠੀਕ ਹੈ। ਬਿਲਕੁਲ, ਇਹ ਤਾਂ ਫਿਰ ਉਹੀ ਗੱਲ ਹੋਊਗੀ ਜਿਵੇਂ ਕਹਿੰਦੇ ਆ ਕਿ ਕਹਿੰਦੇ ਲੜੋ ਪਰ ਇੰਨਾ ਨਾ ਲੜੋ ਕਿ ਕੱਲ ਨੂੰ ਜਦੋਂ ਦੋ ਹੱਥ ਮਿਲਾਉਣਾ ਪੈ ਜੇ ਫਿਰ ਇੱਕ ਦੂਜੇ ਨੂੰ ਦੇਖ ਕੇ ਸ਼ਰਮ ਆਵੇ। ਉਹੀ ਗੱਲ ਜਿਹੜੀ ਕਹਿੰਦੇ ਕਿ ਦੋਸਤੀ ਜਦੋਂ ਤੁਸੀਂ ਟੁੱਟਣ ਲੱਗੇ ਤਾਂ ਇੰਨੀਆਂ ਕੁ ਹੱਦਾਂ ਤਾਂ ਰੱਖੋ ਯਾਰ, ਕਿ ਤੁਸੀਂ ਜਦੋਂ ਕਦੇ ਆਮੋ ਸਾਹਮਣੇ ਮਿਲੋ ਤਾਂ ਅੱਖਾਂ ਹੀ ਨਾ ਮਿਲਾ ਸਕੋ ਇੱਕ ਦੂਸਰੇ ਨਾਲ, ਇੰਨਾ ਤਿੱਖਾ ਨਾ ਵਾਰ ਕਰੋ। ਪਰ ਤਿੱਖੇ ਵਾਰ ਬਹੁਤ ਇੱਕ ਦੂਸਰੇ ਤੇ ਸਿੱਧੇ ਤੀਰ ਅਰਜਨ ਵਾਂਗ ਖਿੱਚ ਮਾਰੇ ਇੱਕ ਦੂਸਰੇ ਦੇ, ਪਰ ਲੱਗਦਾ ਨਹੀਂ ਹੁਣ ਗੱਲ ਬਣਦੀ ਨਜ਼ਰ ਆਉਂਦੀ ਹੁੰਦੀ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਬੀਜੇਪੀ ਤੇ ਅਕਾਲੀ ਦਲ ਦੀ ਗੱਲ ਬਣਦੀ ਹੈ, ਗੱਠਜੋੜ ਹੁੰਦਾ ਹੈ, ਜਾਂ ਫਿਰ ਇਹ ਗੱਲਾਂ ਹੀ ਰਹਿ ਜਾਣਗੀਆਂ। ਹੋਰ तमाम ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚਰਚਾ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਦਿਓ ਇਜਾਜ਼ਤ, ਧੰਨਵਾਦ।